ਆਦ ਕੀਆਂ ਕਥਾ ਕਹਾਣੀਆਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇਗ ਬਹਾਦਰ ਸਿਮਰਿਐ ਕਰ ਨੌ ਨਿਦ ਆਵੈ ਧਾਏ। ਸਭ ਥਾਈ ਹੋਏ ਸਹਾਏ। ਪ੍ਰਗਟ ਪਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਕਰਮ ਧਰਮ ਕੀ ਜਿਨ ਪਤ ਰਾਖੀ ਅਟਲ ਕਰੀ ਕਲ ਜੁਗ ਮੈਂ ਸਾਖੀ। ਕਾਬਲੇ ਅਦਬ ਪਰਮ ਸਨਮਾਨਯੋਗ ਛਤਰ ਚਵਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਮਿਹਰਮਤ ਰਹਿਮਤ ਦਾ ਸਦਕਾ ਜੋ ਆਪਾਂ ਸਭਨਾਂ ਨੂੰ ਗੁਰੂ ਕੇ ਹਜ਼ੂਰ ਜੁੜ ਮਿਲ ਬੈਠ ਕਰਕੇ ਨੌਵੇਂ ਗੁਰਦੇਵ ਬੈਰਾਗ ਤਿਆਗ ਅਨੁਰਾਗ ਦੀ ਮੂਰਤ ਤੇਗ ਬਹਾਦਰ ਸਿਮਰਿਐ ਕਰ ਨੌ ਨਿਦ ਆਵੈ ਧਾਏ। ਸਭ ਥਾਈ ਹੋਏ ਸਹਾਏ। ਐਸੇ ਦੀਨ ਦਿਆਲ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਹੋਣਾ ਦਾ ਜੋ 400 ਸਾਲਾ ਪ੍ਰਕਾਸ਼ ਦਿਹਾੜਾ 400 ਸਾਲਾ ਸ਼ਤਾਬਦੀ ਜਿਸ ਨੂੰ ਮਨਾਉਣ ਦਾ ਸਾਡੇ ਜੀਵਨ ਵਿੱਚ ਸਾਨੂੰ ਵੇਖਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਆਓ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਜੀਵਨ ਸਤਿਗੁਰਾਂ ਦਾ ਉਪਦੇਸ਼ ਪਾਵਨ ਬਾਣੀ ਦੇ ਵਿੱਚੋਂ ਆਪਾਂ ਕੁਝ ਬਚਨਾਂ ਦੇ ਦਰਸ਼ਨ ਕਰਨ ਦਾ ਯਤਨ ਕਰਨਾ ਹੈ। ਕਰੋ ਕਿਰਪਾ ਬਖਸ਼ੋ ਅਸੀਸ। ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਸਹਿਬੇ ਕਮਾਲ ਕਿਰਪਾਲੂ ਪਿਤਾ ਬਾਦਸ਼ਾਹ ਦਰਵੇਸ਼ ਪੁੱਤਰਾਂ ਦੇ ਦਾਨੀ ਅੰਮ੍ਰਿਤ ਕੇ ਦਾਤੇ ਕਾਦਰੇ ਹਰਕਾਰ ਬੇਕਸਾਰਾਂ ਯਾਰ ਹੱਕ ਰਾ ਗੰਜੂਰ ਜੁਮਲਾ ਫੈਜ਼ੇ ਨੂਰ ਬਾਜਾਂ ਵਾਲੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਦੋਵੇਂ ਹੱਥ ਜੋੜ ਬਾ ਅਦਬ ਸੀਸ ਝੁਕਾਉਂਦਿਆਂ ਹੋਇਆਂ ਬੁਲੰਦ ਆਵਾਜ਼ ਦੇ ਵਿੱਚ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਉਹ ਧਰਤੀ ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਵੀ ਆਪਣੀ ਚਰਨ ਛੋਹ ਬਖਸ਼ਿਸ਼ ਕੀਤੀ। ਦੂਸਰੇ ਗੁਰਦੇਵ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਵੀ ਉਸ ਧਰਤ ਨੂੰ ਨਵਾਜਿਆ ਔਰ ਤੀਸਰੇ ਪਾਤਸ਼ਾਹ ਮਹਾਰਾਜ ਜੀ ਨੇ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਪੂਰੀ ਰੂਪ ਰੇਖਾ ਦੱਸੀ ਵੀ ਇਹ ਨਗਰੀ ਨੂੰ ਵਸਾਉਣਾ ਕਿਸ ਤਰ੍ਹਾਂ ਹੈ, ਕਿੱਥੇ ਕੀ ਹੋਵੇ। ਉਹ ਸਾਰਾ ਨਕਸ਼ਾ ਜਿਹੜਾ ਆ ਉਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਖਸ਼ਿਆ ਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਉਸ ਨਗਰੀ ਨੂੰ ਵਸਾਇਆ ਜਿਹਦੇ ਲਈ ਫਿਰ ਪੰਜਵੇਂ ਗੁਰਦੇਵ ਮਹਾਰਾਜ ਜੀ ਨੇ ਬਚਨ ਵਰਤੇ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਿਆ ਬੱਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰ ਹਾਂ ਨਾਨਕ ਕਸਮਲ ਜਾਹੇ ਨਾਇਐ ਰਾਮਦਾਸ ਸਰ। ਤੋ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਜਦੋਂ ਅਸੀਂ ਪ੍ਰਕਾਸ਼ ਦੀ ਗੱਲ ਕਰਾਂਗੇ ਤਾਂ ਉਹ ਅਸਥਾਨ ਜਿਸ ਨੂੰ ਗੁਰੂ ਕੇ ਮਹਿਲ ਗੁਰਦੁਆਰਾ ਸਾਹਿਬ ਜੋ ਗੁਰੂ ਕੇ ਮਹਿਲ ਹੈ ਜੋ ਸਤਿਗੁਰਾਂ ਦੇ ਪਰਿਵਾਰ ਦੀ ਰਿਹਾਇਸ਼ਗਾਹ ਸੀ ਜਿੱਥੇ ਸਤਿਗੁਰਾਂ ਦੇ ਪਰਿਵਾਰ ਨੇ ਵਸੇਬਾ ਕੀਤਾ। ਆਰੰਭ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਉੱਥੇ ਟਿਕਾਣਾ ਕਰਦੇ ਆ। ਉਹਨਾਂ ਤੋਂ ਬਾਅਦ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਨਿਵਾਸ ਗੁਰੂ ਕੇ ਮਹਿਲ ਦੇ ਅਸਥਾਨ ਤੇ ਹੁੰਦਾ ਹੈ।
ਛੇਵੇਂ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਭਾਵੇਂ ਗੁਰੂ ਕੀ ਵਡਾਲੀ ਹੋਇਆ ਹੈ, ਲੇਕਿਨ ਉਹਨਾਂ ਦਾ ਬਚਪਨ ਪਾਲਣ ਪੋਸ਼ਣ ਜਿਹੜਾ ਉਹ ਗੁਰੂ ਕੇ ਮਹਿਲ ਦੇ ਉਸ ਪਾਵਨ ਅਸਥਾਨ ਤੇ ਹੀ ਹੁੰਦਾ ਹੈ। ਔਰ ਉਸੇ ਹੀ ਧਰਤ ਤੇ ਫਿਰ ਛੇਵੇਂ ਪਾਤਸ਼ਾਹ ਮਹਾਰਾਜ ਆਪਣੇ ਪਰਿਵਾਰ ਸਮੇਤ ਨਿਵਾਸ ਕਰਦੇ ਆ। ਬਾਬਾ ਗੁਰਦਿੱਤਾ ਜੀ ਹੁਣਾਂ ਦਾ ਜਨਮ ਭਾਈ ਕੀ ਡਰੌਲੀ ਹੁੰਦਾ ਆ। ਉਹਦੇ ਤੋਂ ਬਾਅਦ 5 ਪੁੱਤਰਾਂ ਤੋਂ ਇੱਕ ਕਿਉਂਕਿ ਧੀ ਹੈ ਤੇ ਮਹਾਰਾਜ ਦੇ 5 ਸਪੁੱਤਰ ਹੈ। ਉਹਨਾਂ ਵਿੱਚੋਂ ਸਭ ਨਾਲੋਂ ਛੋਟੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ। ਮਾਤਾ ਨਾਨਕੀ ਜੀ, ਇਹ ਜ਼ਰੂਰ ਧਿਆਨ ਰੱਖਣਾ, ਇੱਕ ਬੇਬੇ ਨਾਨਕੀ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਭੈਣ ਜੀ ਨੇ, ਇੱਕ ਮਾਤਾ ਨਾਨਕੀ ਜੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸੁਪਤਨੀ ਉਹਨਾਂ ਦੇ ਮਹਿਲ ਨੇ, ਔਰ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਉਹਨਾਂ ਦੇ ਪੇਕੇ ਨੇ। ਉਹਨਾਂ ਦੇ ਪਿਤਾ ਦਾ ਨਾਮ ਭਾਈ ਹਰੀ ਚੰਦ ਲੰਬ ਖੱਤਰੀ ਤੇ ਮਾਤਾ ਦਾ ਨਾਮ ਹਰਦੇਈ। ਉਹਨਾਂ ਦੀ ਧੀ ਹੈ ਮਾਤਾ ਨਾਨਕੀ, ਔਰ ਮਾਤਾ ਨਾਨਕੀ ਜੀ ਹੁਣਾਂ ਦਾ ਆਨੰਦ ਕਾਰਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਹੁੰਦਾ। ਅੰਮ੍ਰਿਤਸਰ ਸਾਹਿਬ ਤੋਂ ਬਰਾਤ ਬਾਬਾ ਬਕਾਲਾ ਸਾਹਿਬ ਆਉਂਦੀ ਹੈ, ਔਰ ਜਦੋਂ ਮਾਤਾ ਨਾਨਕੀ ਜੀ ਹੁਣਾਂ ਦੀ ਕੁੱਖ ਤੋਂ ਪਹਿਲੇ ਸਪੁੱਤਰ ਦੇ ਰੂਪ ਦੇ ਵਿੱਚ ਬਾਬਾ ਅਟਲ ਰਾਏ ਜੀ ਹੁਣਾਂ ਦਾ ਜਨਮ ਹੁੰਦਾ, ਔਰ ਦੂਸਰੇ ਸਪੁੱਤਰ ਦੇ ਰੂਪ ਦੇ ਵਿੱਚ 1621 ਈਸਵੀ ਸਨ। ਅੱਜ ਅਸੀਂ 2021 ਦੇ ਵਿੱਚ ਹਾਂ, ਤੋਂ ਪੂਰੇ 400 ਸਾਲ ਦਾ ਸਮਾਂ ਜਿਹੜਾ ਆ ਉਹ ਹੋ ਗਿਆ। 400 ਸਾਲਾ ਮਹਾਰਾਜ ਜੀ ਦਾ ਜਿਹੜਾ ਉਹ ਪ੍ਰਕਾਸ਼ ਦਿਹਾੜਾ। ਅੰਮ੍ਰਿਤ ਵੇਲੇ ਗੁਰੂ ਕੇ ਮਹਿਲ ਦੇ ਉਸ ਪਾਵਨ ਅਸਥਾਨ ਤੇ ਮਾਤਾ ਨਾਨਕੀ ਜੀ ਹੁਣਾਂ ਦੀ ਕੁੱਖ ਤੋਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਹੋਇਆ। ਔਰ ਗੁਰਬਾਣੀ ਅੰਦਰ ਜਦੋਂ ਮਹਾਰਾਜ ਜੀ ਨੇ ਬਚਨ ਵਰਤੇ ਤਾਂ ਉੱਥੇ ਧਰਤ ਦੀ, ਮਾਤਾ ਪਿਤਾ ਦੀ, ਦਰਸ਼ਨ ਕਰਨ ਵਾਲਿਆਂ ਦੀ ਗੱਲ ਕੀਤੀ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਤੋ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਅੰਮ੍ਰਿਤ ਵੇਲੇ ਜਦੋਂ 1621 ਈਸਵੀ ਸਨ ਨੂੰ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਗੁਰੂ ਕੇ ਮਹਿਲ ਵਿਖੇ ਹੋਇਆ। ਔਰ ਇੱਕ ਜ਼ਰੂਰ ਚੇਤਾ ਰੱਖਣਾ, 10 ਜਾਮਿਆਂ ਦੇ ਵਿੱਚੋਂ ਜੋਤ ਤੈ ਕੀ ਹੈ? ਜਾਮੇ 10। 10 ਜਾਮਿਆਂ ਦੇ ਵਿੱਚੋਂ ਕੇਵਲ ਤੇ ਕੇਵਲ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ, ਜਿਨ੍ਹਾਂ ਦਾ ਪ੍ਰਕਾਸ਼ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੁੰਦਾ ਆ। ਸਤਿਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਤੇ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਪਿਤਾ ਗੁਰਦੇਵ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਸ ਵਕਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰ ਰਹੇ, ਔਰ ਉੱਥੇ ਮਹਾਰਾਜ ਜੀ ਨੂੰ ਆ ਕੇ ਸੁਨੇਹਾ ਦਿੱਤਾ ਗਿਆ ਕਿ ਪਾਤਸ਼ਾਹ ਆਪ ਜੀ ਦੇ ਘਰ ਸਪੁੱਤਰ ਦੀ ਆਮਦ ਹੋਈ ਹੈ। ਮਹਾਰਾਜ ਉਸੇ ਹੀ, ਕਿਉਂਕਿ ਦੁੱਖ ਤੇ ਸੁੱਖ ਨੂੰ ਇੱਕ ਰੂਪ ਦੇ ਵਿੱਚ, ਖੁਸ਼ੀ ਤੇ ਗਮੀ ਨੂੰ ਇੱਕ ਰੂਪ ਦੇ ਵਿੱਚ ਸਤਿਗੁਰੂ ਬੈਠੇ ਨੇ। ਆਸਾ ਕੀ ਵਾਰ ਦਾ ਕੀਰਤਨ ਸੰਪੂਰਨ ਸਰਵਣ ਕੀਤਾ, ਅਰਦਾਸ ਹੋਈ, ਮੁਖ ਵਾਕ ਹੋਇਆ। ਉਹਦੇ ਤੋਂ ਬਾਅਦ ਮਹਾਰਾਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਚੱਲੇ। ਤੇ ਅੱਜ ਤੁਸੀਂ ਨਾ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਾਹਮਣੇ ਜਾਓ, ਦਰਸ਼ਨੀ ਡਿਓੜੀ ਤੋਂ ਨਿਕਲ ਕੇ ਅਕਾਲ ਤਖਤ ਸਾਹਿਬ ਵਾਲੇ ਪਾਸੇ ਨੂੰ, ਤੇ ਖੱਬੇ ਪਾਸੇ ਇੱਕ ਦਰਵਾਜ਼ਾ ਹੈ ਜਿਹੜਾ ਚੌਥਾ ਦਰਵਾਜ਼ਾ ਹੈ ਬਾਹਰ ਪ੍ਰਕਰਮਾਂ ਦੇ ਵਿੱਚ। ਤੋ ਚੌਥੇ ਦਰਵਾਜ਼ੇ ਤੋਂ ਜਦੋਂ ਅਸੀਂ ਬਾਹਰ ਨਿਕਲੀਏ ਤਾਂ ਅੱਜ ਵੀ ਗਲੀਆਂ ਦੇ ਵਿੱਚੋਂ ਦੀ, ਬਾਜ਼ਾਰ ਵਿੱਚੋਂ ਹੋ ਕੇ ਰਸਤਾ ਗੁਰੂ ਕੇ ਮਹਿਲ ਨੂੰ ਜਾਂਦਾ। ਉਦੋਂ ਵੀ ਇਹੋ ਹੀ ਰਸਤਾ, ਔਰ ਜਿਸ ਵਕਤ ਉਧਰਲੇ ਪਾਸੇ ਦੀ ਹੋ ਕੇ ਨਾਲ ਬਾਬਾ ਬਿਧੀ ਚੰਦ ਜੀ ਹੋਰ ਗੁਰੂ ਕੇ ਪਿਆਰੇ ਗਏ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਪਹੁੰਚੇ ਨੇ ਗੁਰੂ ਕੇ ਮਹਿਲ ਅਸਥਾਨ ਤੇ ਜਾ ਕੇ ਜਦੋਂ ਆਪਣੇ ਪੁੱਤਰ ਨੂੰ ਵੇਖਿਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ, ਤੇ ਮਹਾਰਾਜ ਜੀ ਨੇ ਦੋਵੇਂ ਹੱਥ ਜੋੜ ਕੇ ਮਹਿਮਾ ਪ੍ਰਕਾਸ਼ ਦੇ ਕਰਤੇ ਨੇ ਸ਼ਬਦ ਲਿਖਿਆ ਕਿ ਉਹਨਾਂ ਨੇ ਸੀਸ ਨਵਾ ਦਿੱਤਾ, ਨਮਸਕਾਰ ਕੀਤੀ।
ਔਰ ਬਾਬਾ ਬਿਧੀ ਚੰਦ ਜੀ, ਕਿਉਂਕਿ ਇਹ ਨਹੀਂ ਵੀ ਕਟਾਕਸ਼ ਕੀਤਾ, ਦੋ ਚੀਜ਼ਾਂ ਹੁੰਦੀਆਂ, ਇੱਕ ਕਟਾਕਸ਼ ਕਰਨਾ, ਕਿਸੇ ਚੀਜ਼ ਦੇ ਉੱਤੇ ਤਰਕ ਕਰਨਾ, ਇੱਕ ਹੁੰਦਾ ਹੈ ਜਗਿਆਸਾ। ਜਗਿਆਸਾ ਤੇ ਤਰਕ ਦੇ ਵਿੱਚ ਬੜਾ ਵੱਡਾ ਅੰਤਰ ਹੁੰਦਾ। ਜਗਿਆਸਾ ਹੈ ਕਿ ਜੋ ਮੈਂ ਨਹੀਂ ਜਾਣਦਾ ਉਹਨੂੰ ਜਾਣਨ ਦੀ ਇੱਛਾ ਹੈ, ਵੀ ਇਹਦੇ ਦੂਸਰੀ ਗੁਰੂ ਤੇ ਭਰੋਸਾ, ਬਈ ਜਿੱਥੇ ਮਹਾਰਾਜ ਨੇ ਸੀਸ ਨਵਾਇਆ, ਜੇ ਸਤਿਗੁਰਾਂ ਨੇ ਨਮਸਕਾਰ ਕੀਤੀ ਹੈ ਤੇ ਗੱਲ ਕੋਈ ਆਮ ਨਹੀਂ ਹੋਵੇਗੀ, ਇਹ ਗੱਲ ਕੋਈ ਖਾਸ ਹੋਵੇਗੀ ਜੇ ਸਤਿਗੁਰਾਂ ਨੇ ਨਮਸਕਾਰ ਕੀਤੀ, ਅਸੀਸ ਨਵਾਇਆ। ਇਸੇ ਕਰਕੇ ਹੁਣ ਜਦੋਂ ਉਹਨਾਂ ਨੇ ਨਮਸਕਾਰ ਕੀਤੀ, ਸੀਸ ਨਵਾਇਆ, ਤਾਂ ਬਾਬਾ ਬਿਧੀ ਚੰਦ ਜੀ ਹੁਣਾਂ ਨੂੰ ਪਤਾ ਮੀਰੀ ਪੀਰੀ ਦੇ ਮਾਲਕ ਨੇ ਜੇ ਸੀਸ ਨਵਾਇਆ ਤੇ ਗੱਲ ਕੋਈ ਖਾਸ ਹੋਏਗੀ। ਤਾਂ ਕਰਕੇ ਉਹਨਾਂ ਪੁੱਛਿਆ, ਉੱਥੇ ਬੋਲ ਨੇ, ਤਬ ਗੁਰ ਸਿਸ ਕੋ ਬੰਧਨ ਕੀਨੀ ਅਤ ਹਿਤ ਲਾਏ। ਕਹਿੰਦੇ ਬੜੇ ਹਿਤ ਨਾਲ ਮਹਾਰਾਜ ਨੇ ਬੰਧਨ ਕੀਤੀ। ਵਿਦਿਆ ਕਹਿ ਕਸ ਬੰਧਨ ਕੀਨੀ, ਕਹੋ ਮੋਹੇ ਸਮਝਾਏ। ਬਾਬਾ ਬਿਧੀ ਚੰਦ ਪੁੱਛਦੇ ਆ, ਮੀਰੀ ਪੀਰੀ ਦੇ ਮਾਲਕਾ, ਜੇ ਆਪ ਜੀ ਨੇ ਸੀਸ ਨਵਾਇਆ ਤੇ ਗੱਲ ਕੋਈ ਆਮ ਨਹੀਂ ਹੈ, ਮਿਹਰ ਕਰਕੇ ਸਾਡੇ ਉੱਤੇ ਵੀ ਰਹਿਮਤ ਕਰੋ, ਸਾਨੂੰ ਵੀ ਦੱਸੋ। ਸਤਿਗੁਰੂ ਮਹਾਰਾਜ ਕਹਿੰਦੇ ਵੀ ਇਹ ਬਾਲਕ ਜੋ ਸਾਡੇ ਘਰ ਦੇ ਵਿੱਚ ਆਏ ਨੇ, ਇਹ ਦੁਨੀਆ ਦੇ ਸੰਕਟਾਂ ਨੂੰ ਹਰਨ ਵਾਲੇ ਔਰ ਦੀਨਾਂ ਦੀ ਰੱਖਿਆ ਕਰਨ ਵਾਲੇ, ਇਹ ਐਸੀਆਂ ਰਹਿਮਤਾਂ ਕਰਨ ਵਾਲੇ ਨੇ। ਦੀਨ ਰਸ਼ਕ ਸੰਕਟ ਹਰੈ ਸ਼ਬਦ ਵਰਤੇ। ਔਰ ਚੇਤਾ ਰੱਖਿਓ 1621 ਤੋਂ ਲੈ ਕੇ 1630 ਤੱਕ 9 ਸਾਲ ਮਹਾਰਾਜ ਜੀ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਪਣੇ ਬਚਪਨ ਦੀਆਂ ਖੇਡਾਂ ਖੇਡੀਆਂ। ਔਰ ਉੱਥੇ ਹੀ ਬਾਬਾ ਗੁਰਦਿੱਤਾ ਜੀ ਹੁਣਾਂ ਦਾ 4 ਸਾਲ ਦੇ ਸਨ ਜਦੋਂ ਬਾਬਾ ਗੁਰਦਿੱਤਾ ਜੀ ਹੁਣਾਂ ਦੀ ਸ਼ਾਦੀ ਹੋ ਰਹੀ ਹੈ। ਔਰ ਇਹ ਕਿਸੇ ਦਾ ਦੁੱਖ ਸੁੱਖ ਵੇਖਣਾ ਤੇ ਵੇਖ ਕੇ ਨਾ ਕਹਿ ਦੇਣਾ ਵਿਚਾਰਾ ਕਿੰਨਾ ਦੁਖੀ ਹੈ, ਵਿਚਾਰਾ ਕਿੰਨਾ ਮਜਬੂਰ ਹੈ, ਪਰ ਉਹਦਾ ਹੱਲ ਕਰਨ ਬਾਰੇ ਸੋਚਣਾ। ਵੱਡੇ ਭਰਾ ਦੀ ਬਰਾਤ ਚੜ੍ਹ ਰਹੀ ਹੈ ਤੇ ਬੱਚਿਆਂ ਨੂੰ ਬਸਤਰ ਕਿੰਨੇ ਪਿਆਰੇ, ਉਹਨਾਂ ਨੂੰ ਸਜਾਇਆ ਵੀ ਸਵਾਰੇ, ਇਸ ਤਰ੍ਹਾਂ ਤਿਆਰ ਕੀਤਾ ਜਾਂਦਾ। ਲੇਕਿਨ ਉਸ ਨੰਗ ਧੜੰਗੇ ਬੱਚੇ ਨੂੰ, ਤਨ ਤੇ ਜਿਹਦੇ ਕੱਪੜੇ ਕੋਈ ਨਹੀਂ, ਉਹਨੂੰ ਵੇਖਿਆ ਤੇ ਵੇਖ ਕੇ ਮਾਲਕ ਤੋਂ ਰਿਹਾ ਨਹੀਂ ਗਿਆ। ਪੁੱਛਿਆ ਨਾ ਜਦੋਂ ਬਸਤਰ ਤੇਰੇ ਕਿਉਂ ਨਹੀਂ, ਮੈਂ ਬਰੀਫ ਵਿੱਚ ਕਵਾਂ। ਆਖਿਆ ਬਾਬਾ ਗੁਰੂ ਦੇ ਪੁੱਤਰ ਹੋਣ ਕਰਕੇ ਬਾਬਾ ਕਹਿੰਦੇ, ਬਾਬਾ ਕਿਹੜੀ ਮਾਂ ਚਾਹੁੰਦੀ ਹੈ ਕਿ ਉਹਦੇ ਪੁੱਤ ਦੇ ਤਨ ਤੇ ਚੰਗੇ ਕੱਪੜੇ ਨਾ ਹੋਣ, ਉਹ ਚੰਗਾ ਭੋਜਨ ਨਾ ਛਕੇ, ਚੰਗੇ ਬਸਤਰ ਨਾ ਉਹਦੇ ਤਨ ਤੇ ਉਹਦੇ ਪੈਰੀਂ ਚੰਗਾ ਜੋੜਾ ਨਾ ਹੋਵੇ। ਪਰ ਬਾਬਾ ਗਰੀਬੀ ਬੜੀ ਚੰਦਰੀ ਸ਼ੈ ਆ, ਨਾ ਚਾਹੁੰਦਿਆਂ ਹੋਇਆਂ ਵੀ ਇਹੋ ਜਿਹੇ ਦਿਨ ਕੱਟਣੇ ਪੈਂਦੇ ਨੇ, ਕੀ ਕਰੀਏ, 2 ਵਕਤ ਦੀ ਰੋਟੀ ਤੋਂ ਵੀ ਮੁਆਸਰ ਆ। ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਤਨ ਤੋਂ ਦੁੱਖ ਸੁਣਿਆ ਹੀ ਨਹੀਂ, ਕੇਵਲ ਤਨ ਤੋਂ ਕੱਪੜੇ ਲਾਏ ਉਹਨੂੰ ਪਵਾ ਦਿੱਤੇ ਆ। ਗਲ ਦੇ ਵਿੱਚ ਜੇ ਕੋਈ ਗਹਿਣਾ ਪਾਇਆ, ਆਖਿਆ ਵੀ ਲੈ ਲਾ, ਆਪਣੇ ਨੂੰ ਵੇਚ ਕੇ ਐਸਾ ਕੁਝ ਕਰਕੇ ਪ੍ਰਸ਼ਾਦੇ ਪਾਣੀ ਦਾ ਵੀ ਪ੍ਰਬੰਧ ਕਰੋ। ਔਰ ਜਦੋਂ ਆਏ ਨੇ ਮਾਤਾ ਨਾਨਕੀ ਨੇ ਵੇਖਿਆ, ਹੈ ਲਾਲ ਜੀ ਬਸਤਰ ਤੁਹਾਡੇ, ਕੱਪੜੇ ਕਿੱਥੇ ਨੇ? ਆਖਿਆ ਉਹ ਮਾਤਾ ਜੀ ਮੈਨੂੰ ਤਾਂ ਹੋਰ ਦੇ ਦਿਓਗੇ, ਪਰ ਉਹ ਬੱਚਾ ਵਿਚਾਰਾ, ਉਹਦੇ ਤਨ ਦੇ ਉੱਤੇ ਕੱਪੜੇ ਕੋਈ ਨਹੀਂ, ਉਹਦੇ ਗਲ ਦੇ ਵਿੱਚ ਬਸਤਰ ਕੋਈ ਨਹੀਂ। ਤੇ ਮਾਤਾ ਜੀ ਹੋਣੀ ਕਹਿੰਦੇ ਨੇ, ਤੁਸੀਂ ਸੋਚਿਆ ਨਹੀਂ ਵੀ ਤੁਹਾਡੇ ਭਰਾਤਾ ਦੀ ਬਰਾਤ ਚੜ੍ਹ ਰਹੀ ਹੈ, ਤੁਸੀਂ ਜਾਣਾ ਨਾਲ, ਤੇ ਤੁਸੀਂ ਕੱਪੜੇ ਲਾ ਕੇ ਦੇ ਦਿੱਤੇ। ਤੇ ਗੁਰੂ ਤੇਗ ਬਹਾਦਰ ਸਾਹਿਬ 4 ਸਾਲ ਦੀ ਆਰਬਲਾ ਵਿੱਚ ਇੱਕ ਬਚਨ ਕਹਿੰਦੇ ਆ, ਕਹਿੰਦੇ ਮਾਂ ਸੋਚਿਆ ਜ਼ਰੂਰ ਹੈ, ਲੇਕਿਨ ਸੱਚ ਜਾਣੀ ਮੈਂ ਕਿਸੇ ਨੂੰ ਨੰਗਾ ਨਹੀਂ ਵੇਖ ਸਕਦਾ, ਮੇਰੇ ਤੋਂ ਕਿਸੇ ਦਾ ਨੰਗੇਜ ਨਹੀਂ ਵੇਖਿਆ ਜਾ ਸਕਦਾ। ਔਰ ਇਹ ਉਹ ਧਰਤੀ ਹੈ ਜਿਸ ਧਰਤੀ ਨੂੰ ਵਸਾਉਣ ਵਾਲੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਇੱਕ ਦਿਨ ਉਸ ਪਾਵਨ ਧਰਤੀ ਤੇ ਬਾਸਰਕੇ ਦੀ ਧਰਤੀ ਤੇ ਨਾਨੀ ਅੰਮਾ ਨੂੰ ਆਖਿਆ ਸੀ। ਜਿੱਦਣ ਨਾਨੀ ਅੰਮਾ ਵੀ ਇਹ ਸਵਾਲ ਕਰਦੀ ਵੀ ਤੂੰ ਸੋਚਿਆ ਨਹੀਂ ਸਾਰੇ ਛੋਲੇ ਘੁੰਗਣੀਆਂ ਉਸ ਫਕੀਰ ਨੂੰ ਖਵਾਇਆ, ਘਰੇ ਕੀ ਬਣੇਗਾ? ਨਾਨੀ ਮਾਂ ਸੋਚਿਆ, ਵਿਚਾਰ ਆਈ, ਪਰ ਸੱਚ ਜਾਣੀ ਮੇਰੇ ਤੋਂ ਕਿਸੇ ਦੀ ਭੁੱਖ ਨਹੀਂ ਵੇਖੀ ਜਾਂਦੀ, ਮੈਂ ਕਿਸੇ ਨੂੰ ਭੁੱਖਿਆ ਨਹੀਂ ਵੇਖ ਸਕਦਾ। ਅੱਜ ਉਸੇ ਧਰਤੀ ਤੇ ਜਿਸ ਧਰਤੀ ਨੂੰ ਵਸਾਉਣ ਵਾਲਾ ਦਾਤਾ ਕਹਿੰਦਾ ਮੇਰੇ ਤੋਂ ਕਿਸੇ ਦੀ ਭੁੱਖ ਨਹੀਂ ਵੇਖੀ ਜਾਂਦੀ, ਉਸੇ ਧਰਤੀ ਤੇ ਜਿਨ੍ਹਾਂ ਦਾ ਪ੍ਰਕਾਸ਼ ਹੋਇਆ, ਉਹੀ ਦਾਤਾ ਕਹਿੰਦਾ ਮੈਂ ਕਿਸੇ ਨੂੰ ਨੰਗਿਆ ਨਹੀਂ ਵੇਖ ਸਕਦਾ। ਔਰ ਇਹ ਸੱਚ ਹੈ, ਚੇਤਾ ਰੱਖਿਓ, ਗੁਰੂ ਨਾ ਕਿਸੇ ਨੂੰ ਨੰਗਿਆਂ ਵੇਖ ਸਕਦਾ, ਨਾ ਕਿਸੇ ਨੂੰ ਭੁੱਖਿਆਂ ਵੇਖ ਸਕਦਾ। ਲੇਕਿਨ ਦੁਨੀਆ ਸੰਸਾਰ ਕਿਸੇ ਨੂੰ ਭੁੱਖਿਆਂ ਮਰਦਿਆਂ ਵੇਖ ਕੇ ਖੁਸ਼ ਹੁੰਦੀ ਹੈ,
ਕਿਸੇ ਨੂੰ ਨੰਗਾ ਹੁੰਦਿਆਂ ਵੇਖ ਕੇ ਲੋਕ ਨੰਗਿਆਂ ਕਰਕੇ ਖੁਸ਼ ਹੁੰਦੇ ਨੇ। ਚੇਤਾ ਰੱਖਿਓ, ਜਿੱਦਣ ਸਾਡੇ ਅੰਦਰ ਕਿਤੇ ਗੁਰੂ ਰਾਮਦਾਸ, ਗੁਰੂ ਤੇਗ ਬਹਾਦਰ ਸਾਹਿਬ ਦੀ ਵਿਚਾਰਧਾਰਾ, ਗੁਰੂ ਦਾ ਉਪਦੇਸ਼ ਆ ਗਿਆ, ਸਾਡੀ ਵੀ ਜ਼ਿੰਦਗੀ ਕਿਸੇ ਦਾ ਨੰਗੇਜ ਢੱਕਣ ਵਾਲੀ ਬਣ ਜਾਏਗੀ। ਕਿਸੇ ਦੀ ਭੁੱਖ ਜਿਹੜੀ ਜਿੰਨੇ ਜੋਗੇ ਹਾਂ ਅਸੀਂ, ਜਿੱਦਣ ਇਹ ਸੋਚ ਆਈ ਉਦਣ ਅਸੀਂ ਵੀ ਕਿਸੇ ਨੂੰ ਭੁੱਖਿਆਂ ਵੇਖ ਕੇ ਸਾਡੇ ਅੰਦਰ ਵੀ ਤਰਸ ਪੈਦਾ ਹੋਏਗਾ। ਤਾਂ ਹੀ ਮਹਾਰਾਜ ਕਹਿੰਦੇ, ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਗੁਰ ਢਾਕ ਲਿਆ ਮੋਹਿ ਪਾਪੀ ਪੜਦਾ। ਉਹ ਦਾਤੇ ਨੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦਾ 9 ਸਾਲ ਦਾ ਸਮਾਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬੀਤਿਆ, ਔਰ ਉਹਦੇ ਤੋਂ ਬਾਅਦ 1630 ਵਿੱਚ ਜਦੋਂ ਪਹਿਲੀ ਜੰਗ ਹੋਈ ਆ ਅੰਮ੍ਰਿਤਸਰ ਸਾਹਿਬ ਦੀ, ਮਹਾਰਾਜ ਨੇ ਗੁਰੂ ਹਰਗੋਬਿੰਦ ਸਾਹਿਬ ਨੇ ਪਰਿਵਾਰ ਸਮੇਤ ਅੰਮ੍ਰਿਤਸਰ ਸਾਹਿਬ ਨੂੰ ਤਿਆਗਿਆ। ਬੀਬੀ ਵੀਰੋ ਦਾ ਆਨੰਦ ਕਾਰਜ ਰੱਖਿਆ ਸੀ, ਜਿਹੜਾ ਝਬਾਲ ਜਾ ਕੇ ਕਰਨਾ ਪਿਆ, ਉੱਥੇ ਜਾ ਕੇ ਆਨੰਦ ਕਾਰਜ ਕੀਤਾ। ਉਹਦੇ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਫਿਰ ਕਰਤਾਰਪੁਰ ਸਾਹਿਬ ਦੀ ਧਰਤੀ, ਜਿੱਥੇ ਆ ਕੇ ਮਹਾਰਾਜ ਦਾ ਰਿਸ਼ਤਾ ਵੀ ਮਾਤਾ ਗੁਜਰੀ ਜੀ, ਭਾਈ ਲਾਲ ਚੰਦ ਸੁਪਿੱਖੀ ਖੱਤਰੀ, ਉਹਨਾਂ ਦੀ ਸਪੁੱਤਰੀ ਮਾਤਾ ਗੁਜਰੀ, ਉਹਨਾਂ ਦੇ ਨਾਲ ਜਿਹੜਾ ਨਾਤਾ ਹੋਇਆ, ਉਹ ਅੱਜ ਵੀ ਆਪਾਂ ਜਿੱਥੇ ਵੇਖਾ ਵਿਖਾਈ ਹੋਈ ਉਹਨੂੰ ਸਿੱਲੀਆਂ ਦੀ ਜਿਹੜੀ ਥਾਂ ਆ ਕਰਤਾਰਪੁਰ ਸਾਹਿਬ ਅੱਜ ਵੀ ਹੈ। ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਵੱਡੇ ਭਰਾਤਾ ਬਾਬਾ ਸੂਰਜਮਲ ਜੀ, ਉਹ ਪ੍ਰੇਮ ਚੰਦ ਸਿੱਲੀ ਖੱਤਰੀ ਦੀ ਧੀ ਬੀਬੀ ਖੇਮ ਕੋਇਰ ਨਾਲ ਉਹਨਾਂ ਦਾ ਆਨੰਦ ਕਾਰਜ ਹੋਇਆ ਸੀ। ਉੱਥੇ ਹੀ ਭਾਈ ਲਾਲ ਚੰਦ ਤੇ ਮਾਤਾ ਬਿਸ਼ਨ ਕੋਇਰ ਦੀ ਧੀ ਮਾਤਾ ਗੁਜਰੀ ਜੀ ਹੁਣਾਂ ਦਾ ਰਿਸ਼ਤਾ ਗੁਰੂ ਤੇਗ ਬਹਾਦਰ ਸਾਹਿਬ ਨਾਲ, ਔਰ ਇੱਥੇ ਹੀ 1632-33 ਦੇ ਦਰਮਿਆਨ ਆਨੰਦ ਕਾਰਜ ਹੁੰਦਾ ਆ। ਔਰ 13 ਸਾਲ ਦੀ ਉਮਰ ਵਿੱਚ ਮਹਾਰਾਜ ਜੀ ਨੇ ਜੰਗ ਲੜਿਆ। ਜਦੋਂ ਪੈਂਦੇ ਖਾਂ ਫੌਜ ਚੜਾ ਕੇ ਲੈ ਕੇ ਆਇਆ, ਕਰਤਾਰਪੁਰ ਸਾਹਿਬ ਦੀ ਧਰਤੀ ਤੇ ਜੰਗ ਹੁੰਦੀ ਆ, ਔਰ ਉਸ ਜੰਗ ਦੇ ਵਿੱਚ 13 ਸਾਲਾਂ ਦੀ ਆਰਬਲਾ ਵਿੱਚ ਇਹੋ ਜਿਹੇ ਜੌਹਰ ਮਹਾਰਾਜ ਨੇ ਤੇਗ ਦੇ ਵਿਖਾਏ। ਭਾਵੇਂ ਸੁਨੇਹਾ ਆਇਆ, ਲਾਲ ਜੀ ਵਾਪਸ ਆ ਜਾਓ, ਛੋਟਿਓ ਥੱਕ ਗਏ। ਕਹਿੰਦੇ ਯੋਧਾ 2 ਹਾਲਤਾਂ ਵਿੱਚ ਵਾਪਸ ਆਉਂਦਾ ਹੈ, ਜਾਂ ਤਾਂ ਉਹ ਸ਼ਹੀਦ ਹੋ ਜਾਏ ਤੇ ਜਾਂ ਕਹਿੰਦੇ ਫਿਰ ਜੰਗ ਜਿੱਤ ਕੇ। ਤੀਸਰੀ ਹਾਲਤ ਵਿੱਚ ਚੱਲਦੇ ਜੰਗ ਨੂੰ ਛੱਡ ਕੇ ਆਉਣੇ ਤਾਂ ਕਾਇਰ ਤੇ ਬੁਜ਼ਦਿਲਾਂ ਦਾ ਕਰਮ ਹੈ। ਔਰ ਮਹਾਰਾਜ ਜੀ ਨੇ 13 ਸਾਲਾਂ ਵਿੱਚ ਇਹੋ ਜੀ ਤਲਵਾਰ ਵਾਹੀ, ਤੇਗ ਵਾਹੀ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਤੁਹਾਡਾ ਨਾਮ ਤਿਆਗ ਮੱਲ ਨਹੀਂ, ਤੁਹਾਡਾ ਨਾਮ ਤੇ ਤੇਗ ਬਹਾਦਰ ਹੋਣਾ ਚਾਹੀਦਾ। ਇਹ ਦਾਤਾਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਉੱਥੋਂ ਆ ਕੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਰਹਿਮਤਾਂ ਹੁੰਦੀਆਂ ਨੇ। ਇੱਥੋਂ ਫਿਰ ਮਹਾਰਾਜ ਇਹ ਜੰਗ ਨੂੰ ਜਿੱਤਣ ਤੋਂ ਬਾਅਦ ਕੀਰਤਪੁਰ ਸਾਹਿਬ ਜਾਂਦੇ ਪਰਿਵਾਰ ਸਮੇਤ ਗੁਰੂ ਹਰਗੋਬਿੰਦ ਸਾਹਿਬ ਜੀ, ਜਿੱਥੇ ਗੱਦੀ ਦਾ ਇਸ਼ਾਰਾ 7ਵੇਂ ਪਾਤਸ਼ਾਹ ਗੁਰੂ ਹਰਿ ਸਾਹਿਬ ਨੂੰ ਮਿਲਣੇ ਆ। ਉੱਥੇ ਮਾਤਾ ਨਾਨਕੀ ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਤੇ ਮਾਤਾ ਗੁਜਰੀ ਜੀ ਹੁਣਾਂ ਨੂੰ ਬਾਬਾ ਬਕਾਲਾ ਸਾਹਿਬ ਜਾਣ ਦਾ ਹੁਕਮ ਕਰ ਦਿੱਤਾ। ਪਰਿਵਾਰ ਨੂੰ ਲੈ ਕੇ ਮਾਤਾ ਨਾਨਕੀ ਜੀ ਆਪਣੇ ਪੇਕੇ ਨਗਰ ਆ ਗਏ। ਲੇਕਿਨ ਭਾਈ ਮੇਰੇ ਦੇ ਘਰ ਆ ਕੇ ਜੀ ਦੇ 6ਵੇਂ ਜਾਮੇ ਵਿੱਚ ਵਾਅਦਾ ਕੀਤਾ, ਤੇਰੇ ਘਰ ਫਿਰ ਆਵਾਂਗੇ, ਕਈ ਦਿਨ ਕਈ ਸਮਾਂ ਰਹਿ ਕੇ ਜਾਵਾਂਗੇ। ਉੱਥੇ ਆ ਕੇ ਨਿਵਾਸ ਕਰਦੇ ਆ, ਔਰ ਉਸ ਮਾਲਕ ਦੀ ਇਬਾਦਤ ਵਿੱਚ, ਬੰਦਗੀ ਵਿੱਚ ਸਤਿਗੁਰਾਂ ਨੇ ਅਰਾਧਨਾ, ਜਿਹਨੂੰ 10ਵੇਂ ਪਾਤਸ਼ਾਹ ਆਪ ਲਿਖਦੇ ਆ, ਤਾਤ ਮਾਤ ਮੁਰ ਅਲਖ ਅਰਾਧਾ ਬਹੁ ਜੋਗ ਸਾਧਨਾ ਸਾਧਾ, ਉਹ ਅਰਾਧਨਾ ਦੇ ਵਿੱਚ ਜੁੜੇ। ਇਧਰ 8ਵੇਂ ਗੁਰਦੇਵ 1664 ਵਿੱਚ ਮਹਾਰਾਜ ਜੀ ਸਰੀਰਕ ਚੋਲੇ ਨੂੰ ਤਿਆਗਣ ਤੋਂ ਪਹਿਲਾਂ ਬਚਨ ਕਰਦੇ ਆ, ਬਾਬਾ ਬੱਸੇ ਗ੍ਰਾਮ ਬਕਾਲੇ ਬਨ ਗੁਰ ਸੰਗਤ ਸਕਲ ਸੰਭਾਲੇ। ਉਹ ਜੋ ਦਾਤ ਦਿੱਤੀ ਪਹਿਲਾਂ ਕੇਵਲ ਬਕਾਲਾ ਸੀ, ਅੱਜ ਜਦੋਂ ਇਹ ਬਚਨ ਕਹਿ ਦਿੱਤਾ, ਭਾਵੇਂ ਬਾਈਆਂ ਨੇ ਮੰਜੀਆਂ ਲਾਈਆਂ, ਲੇਕਿਨ ਅਖੀਰ ਜਿਹੜਾ ਵਿਵੇਕ ਪੁਰਸ਼ ਸੀ, ਅੱਜ ਅਸੀਂ ਕਈ ਵਾਰੀ ਇੰਨੀ ਨਕਲ ਵੇਖ ਕੇ ਨਾ ਅਸੀਂ ਘਬਰਾ ਜਾਂਦੇ ਹਾਂ ਤੇ ਸਾਨੂੰ ਐ ਲੱਗਦਾ ਵੀ ਹੈ ਹੀ ਨਹੀਂ ਅਸਲ ਵਿੱਚ ਕੁਛ। ਲੇਕਿਨ ਜੇ ਬਾਬਾ ਮੱਖਣ ਸ਼ਾਹ ਲੁਬਾਣਾ ਵੀ ਇਹ ਸੋਚਦਾ ਵੀ ਇੱਥੇ ਤਾਂ ਨਕਲ ਹੀ ਨਕਲ ਹੈ, ਅਸਲ ਤਾਂ ਹੈ ਹੀ ਨਹੀਂ, ਪਰ ਉਹਨੇ ਬਾਈਆਂ ਨੂੰ ਪਰਖ ਕੇ ਉੱਥੇ ਅਸਲ ਵੀ ਲੱਭਾ, ਤੇ ਜਿੱਦਣ ਪੂਰਾ ਲੱਭਾ ਉਹਦੇ ਅੱਗੇ ਆ ਕੇ ਨਮਸਕਾਰ ਕੀਤੀ ਤੇ ਉਹਨੇ ਅਟਾਰੀ ਤੇ ਚੜ੍ਹ ਕੇ ਆਖਿਆ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਉਹਨਾਂ ਨੇ ਆਵਾਜ਼ ਦੇ ਕੇ ਸਾਰੇ ਸੰਸਾਰ ਨੂੰ ਦੱਸਿਆ, ਸਮਾਂ ਨਹੀਂ ਉਹ ਗੁਰੂ ਪਾਤਸ਼ਾਹ ਮਹਾਰਾਜ ਪ੍ਰਗਟ ਭਏ, ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ, ਢਾਪੀ ਚਾਦਰ ਕਰਮ ਧਰਮ ਕੀ ਜਿਨ ਪਤ ਰਾਖੀ, ਅਟਲ ਕਰੀ ਕਲ ਯੁਗ ਮੈਂ ਸਾਖੀ। ਸਤਿਗੁਰਾਂ ਨੇ 57 ਸ਼ਲੋਕ ਉਚਾਰਨ ਕੀਤੇ, 59 ਸ਼ਬਦ ਮਹਾਰਾਜ ਦੇ 15 ਰਾਗਾਂ ਵਿੱਚ ਦਰਜ ਨੇ।
ਉਹ ਬਾਣੀ ਰਾਹੀਂ ਸਾਹਿਬ ਨੇ ਉਪਦੇਸ਼ ਦਿੱਤਾ, ਸੰਸਾਰ ਨਾਸ਼ ਹੋਣ ਵਾਲਾ ਹੈ, ਇੱਕ ਨਿਰੰਕਾਰ ਦੀ ਇਬਾਦਤ ਹੈ ਜੋ ਤੇਰੇ ਨਾਲ ਨਿਭਣ ਵਾਲੀ ਹੈ। ਰਾਮ ਨਾਮ ਨੂੰ ਜਦੋਂ ਉਰਦੇ ਵਿੱਚ ਕਹਿੰਦੇ, ਸੰਗ ਸਖਾ ਸਭ ਤਜ ਗਏ, ਕੋ ਨਾ ਨਿਭਿਓ ਸਾਥ, ਕਹੋ ਨਾਨਕ ਕੇ ਬਿਪਤ ਮੈਂ ਟੇਕ ਏਕ ਰਘੁਨਾਥ। ਜਿਹੜਾ ਉਹਦੇ ਨਾਲ ਜੁੜਦਾ ਇਹੋ ਜੇ ਜੀਵਨ ਵਾਲਾ ਕਿ ਭੈ ਕਾਹੂ ਕੋ ਦੇਤ ਨੈ ਪੈ ਮਨ ਤਾਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਉਹਨਾਂ ਨੇ ਬਾਬੇ ਮੱਖਣ ਸ਼ਾਹ ਲੁਬਾਣੇ ਦਾ ਕੇਵਲ ਬੇੜਾ ਨਹੀਂ ਬੰਨੇ ਲਾਇਆ, ਇੱਕ ਦਿਨ ਇਹ ਹਿੰਦੁਸਤਾਨ ਡੁੱਬ ਜਾਂਦਾ, ਇਹ ਦੇਸ਼ ਡੁੱਬ ਰਿਹਾ ਸੀ, ਇਹਦਾ ਬੇੜਾ ਖਤਮ ਹੋ ਚੱਲਿਆ ਸੀ। ਉਦਣ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮੋਢਾ ਲਾਇਆ, ਤਾਂ ਹੀ ਇਹ ਬਚਨ ਲਿਖਿਆ, ਜੇ ਗੁਰੂ ਤੇਗ ਬਹਾਦਰ ਅਵਤਾਰ ਨਾ ਹੁੰਦਾ, ਹਿੰਦ ਦਾ ਬੇੜਾ ਪਾਰ ਨਾ ਹੁੰਦਾ। ਔਰ ਇਹ ਜਾਣਨਾ ਚਾਹੀਦਾ, ਜੇ ਅਸਲ ਵਿੱਚ ਰਾਸ਼ਟਰ ਪਿਤਾ ਨੇ ਤਾਂ ਉਹ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ। ਹਿਊਮਨ ਰਾਈਟਸ ਦੀ ਜਦੋਂ ਗੱਲ ਚੱਲਦੀ, ਮਨੁੱਖੀ ਅਧਿਕਾਰਾਂ ਦੀ, ਤਾਂ ਉਹਦੇ ਸਭ ਨਾਲੋਂ ਵੱਡੇ ਰੱਖਿਅਕ ਤੇ ਉਹਦੀਆਂ ਲੀਹਾਂ ਪਾਉਣ ਵਾਲੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ। ਵਕਤ ਨਹੀਂ, ਗੁਰੂ ਦਾਤਾ ਰਹਿਮਤ ਕਰੇ। ਅਸੀਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀਆਂ ਰਹਿਮਤਾਂ, ਉਹਨਾਂ ਦੀਆਂ ਬਖਸ਼ਿਸ਼ਾਂ, ਆਨੰਦਪੁਰ ਸਾਹਿਬ ਵਰਗੀ ਧਰਤੀ ਸਾਨੂੰ 1665 ਵਿੱਚ ਉਹ ਵਸਾ ਕੇ ਦਿੱਤੀ, ਜੋ ਸਾਡਾ ਜਨਮ ਸਥਾਨ ਹੈ। ਅਸੀਂ ਆਨੰਦਪੁਰ ਦੇ ਵਾਸੀ ਹਾਂ। ਗੁਰੂ ਰਹਿਮਤ ਕਰੇ। ਗੁਰੂ ਤੇਗ ਬਹਾਦਰ ਸਾਹਿਬ ਦੀਆਂ ਕੀਤੀਆਂ ਰਹਿਮਤਾਂ, ਸਤਿਗੁਰਾਂ ਦੇ ਕੀਤੇ ਪਰਉਪਕਾਰ ਸਾਡੇ ਜੀਵਨ ਦਾ ਹਿੱਸਾ ਬਣ ਜਾਣ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਦੀਆਂ ਆਪ ਦੇਸ਼ ਵਿਦੇਸ਼ ਦੀ ਧਰਤੀ ਤੇ ਵਸਦੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ। ਭਾਵਨਾ ਨਾਲ ਸਾਰੇ ਆਖਿਓ, ਤੇਗ ਬਹਾਦਰ ਸਿਮਰਿਐ, ਘਰ ਨੌ ਨਿਧ ਆਵੈ ਧਾਏ, ਸਭ ਥਾਈਂ ਹੋਏ ਸਹਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।